ਘਰ-ਬਾਰ ਤਿਆਗਣ ਦੀ ਲੋੜ ਨਹੀਂ, ਪਰਿਵਾਰ ਤਿਆਗਣ ਦੀ ਲੋੜ ਨਹੀਂ, ਤੈਨੂੰ ਸੰਨਿਆਸੀ ਬਣਨ ਦੀ ਲੋੜ ਨਹੀਂ। ਤੂੰ ਪਰਿਵਾਰਕ ਹੁੰਦਿਆਂ ਹੋਇਆਂ ਵੀ, ਗ੍ਰਸਥ ਧਰਮ ਨਿਭਾਉਂਦਿਆਂ ਹੋਇਆਂ ਵੀ ਤੂੰ ਪ੍ਰਮਾਤਮਾ ਦੀ ਇਬਾਦਤ ਕਰ, ਬੰਦਗੀ ਕਰ, ਸਹਿਜੇ ਹੀ ਤੈਨੂੰ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਵੇਗਾ। ਤੇ ਗੁਰਮਤਿ ਦਾ ਤਾਂ ਸਿਧਾਂਤ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖਿਆ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਗੁਰੂ ਸਾਹਿਬਾਂ ਨੇ ਸਾਨੂੰ ਕਿਰਤੀ ਬਣਾਇਆ, ਕਿਤੇ ਵੀ ਵਿਹਲੜ ਨਹੀਂ ਬਣਾਇਆ। ਸਾਨੂੰ ਹੁਕਮ ਹੈ ਵੀ ਕਿਰਤ ਕਰਨੀ ਹੈ ਦਸਾਂ ਨੂੰਹਾਂ ਦੀ, ਤੇ ਉਹਦੇ ਨਾਲ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਸਿਫਤ ਸਲਾਹ ਕਰਨੀ ਹੈ, ਦਸਵੰਧ ਵੀ ਕੱਢਣਾ ਹੈ ਤੇ ਵੰਡ ਕੇ ਛਕਣਾ ਹੈ। ਹੁਣ ਗੁਰੂ ਸਾਹਿਬ ਇੱਥੇ ਸਮਝਾ ਰਹੇ ਨੇ, ਨਾ ਤੂੰ ਆਵੈ ਵਸ ਬਹੁਤ ਘਿਣਾਵਣੇ। ਘਿਣਾਵਣੇ ਤੋਂ ਭਾਵ ਹੈ ਕੇਵਲ ਵਿਖਾਵੇ ਵਾਲੇ ਤਰਲੇ ਲਈ ਜਾਣੇ। ਵਿਖਾਵਾ ਐ ਜੋਗੀ, ਜੇ ਤੂੰ ਸੋਚਦਾ ਵੀ ਪਰਿਵਾਰ ਦੇ ਨਾਲ ਘਿਰਨਾ ਨਫ਼ਰਤ ਕਰਕੇ ਘਰ-ਬਾਰ ਦਾ ਤੂੰ ਤਿਆਗ ਕੀਤਾ ਹੈ, ਤੇਰੇ ਮਨ ਅੰਦਰ ਇਹ ਹੈ ਵੀ ਪਰਿਵਾਰ ਅੰਦਰ ਰਹਿੰਦਿਆਂ ਬੰਦਗੀ ਨਹੀਂ ਕੀਤੀ ਜਾ ਸਕਦੀ, ਪ੍ਰਮਾਤਮਾ ਦੀ ਪ੍ਰਾਪਤੀ ਨਹੀਂ, ਤੇ ਤੂੰ ਬਿਲਕੁਲ ਗਲਤ ਹੈ। ਕਿਉਂਕਿ ਪ੍ਰਮਾਤਮਾ ਇਸ ਤਰ੍ਹਾਂ ਦੇ ਵਿਖਾਵੇ ਵਾਲੇ ਤਰਲੇ ਲਈ ਜਾਣੇ, ਪ੍ਰਮਾਤਮਾ ਦੇ ਸਾਜੇ ਹੋਏ ਜੀਵਾਂ ਦੇ ਨਾਲ ਘਿਰਨਾ ਕਰਨੀ, ਤੇ ਤੂੰ ਸੋਚਿਆ ਵੀ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਸਾਹਿਬ ਆਖਦੇ ਨੇ ਬਿਲਕੁਲ ਨਹੀਂ। ਪ੍ਰਮਾਤਮਾ ਤੈਨੂੰ ਪਰਿਵਾਰ ਅੰਦਰ ਰਹਿੰਦਿਆਂ ਹੀ ਤੈਨੂੰ ਮਿਲ ਜਾਵੇਗਾ। ਪ੍ਰਮਾਤਮਾ ਤੂੰ ਅਭੇਦ ਹੋ ਸਕਦਾ ਹੈ, ਦੁਨਿਆਵੀ ਕੰਮ ਧੰਦੇ ਵੀ ਕਰ ਤੇ ਨਾਲ ਨਾਲ ਪ੍ਰਮਾਤਮਾ ਦੀ ਇਬਾਦਤ ਵੀ ਕਰ। ਬਚਨ ਹੁੰਦਾ ਹੱਥ ਪੈਰ ਕਰ ਕਾਮ ਸਭ ਚਿਤ ਨਿਰੰਜਨ ਨਾਲ, ਦੁਨਿਆਵੀ ਕੰਮ ਧੰਦੇ ਵੀ ਕਰੀ ਜਾ, ਪਰ ਤੇਰਾ ਜਿਹੜਾ ਮਨ ਹੈ ਉਹ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੁੜਿਆ ਹੋਣਾ ਚਾਹੀਦਾ। ਕਹਿਣ ਤੋਂ ਭਾਵ ਸਮਝਾ ਦਿੱਤਾ ਹੈ ਵੀ ਤੈਨੂੰ ਘਰ-ਬਾਰ ਛੱਡ ਕੇ ਕਿਤੇ ਦੂਰ ਜੰਗਲਾਂ ਵਿੱਚ ਜਾ ਕੇ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਨਹੀਂ। ਤੂੰ ਸਹਿਜੇ ਹੀ ਪਰਿਵਾਰ ਅੰਦਰ ਰਹਿੰਦਿਆਂ, ਕੰਮਕਾਰ ਕਰਦਿਆਂ ਪ੍ਰਮਾਤਮਾ ਦੀ ਇਬਾਦਤ ਕਰ, ਤੇਰੇ ਤੇ ਕਿਰਪਾ ਵਰਤੇ। ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ। ਬਹੁਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਣਾ, ਪੜ੍ਹ ਕੇ ਉਹਨਾਂ ਤੇ ਅਮਲ ਨਾ ਕਰਨਾ, ਕਿਉਂਕਿ ਧਾਰਮਿਕ ਗ੍ਰੰਥ ਜਿੰਨੇ ਵੀ ਨੇ ਸਾਰੇ ਸਤਿਕਾਰਯੋਗ ਨੇ, ਪਰ ਜੋ ਉਹਨਾਂ 'ਚ ਉਪਦੇਸ਼ ਹੈ, ਜੋ ਅਸੀਂ ਪੜ੍ਹਿਆ, ਜਦੋਂ ਤੱਕ ਉਹਦੇ ਤੇ ਅਮਲ ਨਹੀਂ ਕਰਦੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ, ਗੱਲ ਨਹੀਂ ਬਣਨੀ। ਕਹਿ ਦਿੱਤਾ ਤੂੰ ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜ੍ਹੀ ਜਾ, ਪੜ੍ਹ ਕੇ। ਆਸਾ ਜੀ ਦੀ ਵਾਰ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ, ਪੜ੍ਹ ਬੇੜੀ ਪਾਈ ਹੈ, ਪੜ੍ਹ ਗੱਡੀ ਹੈ ਖਾਤ। ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜ੍ਹ ਤੂੰ ਬਹੁਤ ਲਿਆ, ਪਰ ਪੜ੍ਹ ਕੇ ਜੋ ਉਪਦੇਸ਼ ਹੈ, ਜੇਕਰ ਉਹ ਤਾਂ ਤੂੰ ਧਾਰਨੀ ਨਹੀਂ ਬਣਿਆ, ਆਪਣੇ ਹਿਰਦੇ ਵਿੱਚ ਜੋ ਉਪਦੇਸ਼ ਹੈ ਧਾਰਮਿਕ ਗ੍ਰੰਥਾਂ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ, ਤੇ ਭਾਈ ਪ੍ਰਮਾਤਮਾ ਦੀ ਤੈਨੂੰ ਪ੍ਰਾਪਤੀ ਹੋਣ ਵਾਲੀ ਨਹੀਂ। ਕਹਿਣ ਤੋਂ ਭਾਵ ਜੋ ਵੀ ਤੂੰ ਪੜ੍ਹਿਆ ਉਹਦੇ ਤੇ ਅਮਲ ਕਰਨਾ ਬਣਦਾ ਹੈ। ਜੋ ਵੀ ਉਪਦੇਸ਼ ਹੈ, ਜਦੋਂ ਤੱਕ ਤੂੰ ਮੰਨਦਾ ਨਹੀਂ, ਗੱਲ ਨਹੀਂ ਬਣਨੀ। ਅੱਗੇ ਸਤਿਗੁਰੂ ਜੀ ਨੇ ਹੋਰ ਉਦਾਹਰਨ ਦੇ ਕੇ ਸਮਝਾਇਆ, ਨਾ ਤੂੰ ਆਵੈ ਵਸ ਤੀਰਥ ਨਹਾਈਐ। ਤੀਰਥਾਂ ਤੇ ਨਹਾਉਣਾ ਹਿੰਦੂ ਮਤ ਵਿੱਚ 68 ਤੀਰਥ ਮੰਨੇ ਗਏ ਨੇ, ਬਹੁਤ ਵੱਡਾ ਪੁੰਨ ਮੰਨਿਆ ਗਿਆ ਹੈ। ਹੁਣ ਗੁਰੂ ਸਾਹਿਬ ਆਖਦੇ ਨੇ ਤੂੰ ਪ੍ਰਮਾਤਮਾ ਦੀ ਇਬਾਦਤ ਨਾ ਕਰੇ, ਜੋ ਧਾਰਮਿਕ ਗ੍ਰੰਥਾਂ ਵਿੱਚ ਉਪਦੇਸ਼ ਹੈ ਉਹਨਾਂ ਨੂੰ ਤੂੰ ਨਾ ਮੰਨਦਾ ਹੋਵੇਂ ਐ ਜੋਗੀ, ਤੇ ਤੂੰ ਤੀਰਥਾਂ ਤੇ ਇਸ਼ਨਾਨ ਕਰੇ, ਤੇ ਸੋਚੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਆਖਦੇ ਨੇ ਬਿਲਕੁਲ ਨਹੀਂ। ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਤੇਰਾ ਤਨ ਨਿਰਮਲ ਹੋਵੇਗਾ, ਤੇ ਜਦੋਂ ਬਾਣੀ ਦੇ ਨਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਆਪਣੇ ਮਨ ਨੂੰ ਇਸ਼ਨਾਨ ਕਰਾਏਗਾ ਭਾਈ, ਜਦੋਂ ਨਾਮ ਜਪੇਗਾ ਫਿਰ ਤੇਰਾ ਮਨ ਨਿਰਮਲ ਹੋਵੇਗਾ। ਜਦੋਂ ਤਨ ਅਤੇ ਮਨ ਦੋਨੋਂ ਨਿਰਮਲ ਹੋ ਗਏ, ਸਮਝ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਵੀ ਕੇਵਲ ਪਹਿਲਾਂ ਹੀ ਅਰਜ਼ ਕੀਤੇ ਵੀ ਵਿਖਾਵੇ ਵਾਲੇ ਤਰਲੇ ਲਈ ਜਾਣੇ, ਵਿਖਾਵਾ ਕਰਨਾ, ਭੇਖ ਧਾਰਨ ਕਰ ਲੈਣਾ ਧਰਮੀਆਂ ਵਾਲਾ, ਸੋਚੇ ਵੀ ਸਾਡਾ ਧਾਰਮਿਕ ਲਿਬਾਸ ਵੇਖ ਕੇ ਪ੍ਰਮਾਤਮਾ ਪ੍ਰਸੰਨ ਹੋ ਜਾ ਕੇ ਸਾਨੂੰ ਮਿਲ ਜਾਵੇਗਾ। ਪ੍ਰਸੰਨ ਹੋ ਕੇ ਨਹੀਂ,
ਅਸੀਂ ਦੁਨਿਆਵੀ ਲੋਕਾਂ ਦੇ ਨਾਲ ਠੱਗੀ ਮਾਰ ਸਕਦੇ ਹਾਂ, ਧਾਰਮਿਕ ਲਿਬਾਸ ਪਾ ਕੇ ਹੇਰਾਫੇਰੀ ਕਰ ਸਕਦੇ ਹਾਂ, ਪਰ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਝ ਵੀ ਨਹੀਂ ਲੁਕੋ ਸਕਦੇ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਾਂ ਛੁਪਾਵੈ, ਉਹ ਸਭ ਕੁਝ ਜਾਣਨ ਵਾਲਾ ਹੈ। ਘਟ ਘਟ ਅੰਤਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਗਾਰ, ਉਹ ਸਾਡੇ ਦਿਲ ਦੀ ਹਾਲਤ ਨੂੰ ਜਾਣਦਾ ਹੈ। ਤਾਂ ਹੀ ਅਸੀਂ ਅੰਤਰਜਾਮੀ ਆਖਦੇ ਹਾਂ, ਜੋ ਸਾਡੇ ਅੰਦਰ ਦੀ ਗੱਲ ਨੂੰ ਜਾਣਦਾ ਹੋਵੇ, ਜੋ ਸਾਡੇ ਅੰਦਰ ਹੈ। ਚੁਪਈ ਸਾਹਿਬ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ ਕਲਗੀਧਰ ਪਾਤਸ਼ਾਹ ਜੀ ਦਾ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਨਾ ਤੂੰ ਆਵੇ ਵਸ ਧਰਤੀ ਧਾਈਏ, ਧਰਤੀ ਧਾਈਏ। ਤੂੰ ਸੋਚਦਾ ਹੋਵੇਂ ਕਿ ਸਾਰੇ ਸੰਸਾਰ ਦਾ ਧਾਰਮਿਕ ਅਸਥਾਨਾਂ ਦਾ ਮੈਂ ਚੱਕਰ ਮਾਰੀ ਜਾਵਾਂ, ਘੁੰਮਦਾ ਰਵਾਂ, ਸਾਰੇ ਸੰਸਾਰ ਦਾ ਭਰਮਣ ਕਰਨਾ, ਤੇ ਇਸ ਤਰ੍ਹਾਂ ਘੁੰਮਣ ਦੇ ਨਾਲ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ। ਗੁਰੂ ਸਾਹਿਬ ਆਖਦੇ ਨੇ ਇਹ ਜੋਗੀ ਨਹੀਂ, ਕਿਉਂਕਿ ਇਹ ਜੋਗੀ ਸਾਰੀ ਉਮਰ ਇੱਕ ਥਾਂ ਤੋਂ ਦੂਜੀ ਥਾਂ ਇਹ ਟਿਕਾਣੇ ਬਦਲਦੇ ਰਹਿੰਦੇ ਸਨ। ਹੁਣ ਗੁਰੂ ਸਾਹਿਬ ਆਖਦੇ ਤੂੰ ਆਪਣੇ ਜੀਵਨ ਦੌਰਾਨ ਸਾਰੀ ਧਰਤੀ ਤੂੰ ਕੋਸ਼ਿਸ਼ ਕੀਤੀ ਹੈ, ਸਾਰੀ ਧਰਤੀ ਨੂੰ ਤੂੰ ਘੁੰਮਣ ਦਾ ਯਤਨ ਕੀਤਾ ਹੈ, ਨਾ ਤੂੰ ਆਵੇ ਬਸ ਧਰਤੀ ਧਾਈਏ। ਪਰ ਇਸ ਤਰ੍ਹਾਂ ਘੁੰਮਣ ਦੇ ਨਾਲ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ। ਤੂੰ ਜਿੱਥੇ ਮਰਜ਼ੀ ਟਿਕ ਕੇ ਚੌਂਕੜਾ ਮਾਰ ਕੇ, ਗੁਰਮਤਿ ਦਾ ਸਿਧਾਂਤ ਹੈ, ਤੂੰ ਪ੍ਰਮਾਤਮਾ ਦੀ ਇਬਾਦਤ ਕਰ, ਉੱਥੇ ਤੇਰੇ ਤੇ ਕਿਰਪਾ ਵਰਤੇਗੀ। ਤੂੰ ਐਵੇਂ ਥਾਂ ਥਾਂ ਭਟਕ ਕੇ ਥਾਂ ਥਾਂ ਚੱਕਰ ਲਾਉਂਦਾ ਰੋ। ਗੁਰੂ ਸਾਹਿਬ ਆਖਦੇ ਨੇ ਭਾਈ ਗੱਲ ਬਣਨ ਵਾਲੀ ਨਾ ਤੂੰ ਆਵੇ ਵਸ ਕਿਤੇ ਸਿਆਣਪ ਹੈ। ਹੁਣ ਮਨੁੱਖ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ, ਚਤੁਰ ਸਮਝਦਾ ਹੈ। ਦੁਨਿਆਵੀ ਲੋਕਾਂ ਦੇ ਨਾਲ ਤੂੰ ਆਪਣੀ ਚਤੁਰਾਈ ਵਰਤ ਸਕਦਾ ਹੈ, ਪਰ ਉਹ ਮਾਲਕ ਉਹਦੇ ਅੱਗੇ ਤੇਰੀ ਸਿਆਣਪ ਤੁੱਛ ਹੈ। ਉੱਥੇ ਤੇਰੀ ਚਤੁਰਾਈ ਕੰਮ ਆਉਣ ਵਾਲੀ ਨਹੀਂ। ਉੱਥੇ ਤਾਂ ਤੂੰ ਨਿਮਰਤਾ ਵਿੱਚ ਆ ਕੇ ਆਪਣੇ ਗੁਰੂ ਤੇ ਵਿਸ਼ਵਾਸ, ਸ਼ਰਧਾ, ਭਰੋਸਾ ਪ੍ਰਪੱਕ ਕਰਕੇ ਜਦੋਂ ਤੂੰ ਹੱਥ ਜੋੜ ਕੇ ਪ੍ਰਮਾਤਮਾ ਕੋਲੋਂ ਨਾਮ ਦਾ ਦਾਨ ਮੰਗੇਗਾ, ਨਾਮ ਦੀ ਦਾਤ ਮੰਗੇਗਾ, ਪ੍ਰਮਾਤਮਾ ਤੁਰਟ ਕੇ ਨਾਮ ਦੀ ਦਾਤ ਤੇਰੀ ਝੋਲੀ ਵਿੱਚ ਪਾਵੇਗਾ, ਫਿਰ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੈ। ਹੁਣ ਗੁਰੂ ਸਾਹਿਬ ਨੇ ਤੇ ਸਾਨੂੰ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਵੀ ਪ੍ਰਮਾਤਮਾ ਅੱਗੇ ਤੇਰੀ ਸਿਆਣਪ, ਤੇਰੀ ਚਤੁਰਾਈ ਕਿਤੇ ਕੰਮ ਆਉਣ ਵਾਲੀ ਨਹੀਂ। ਕਿਉਂਕਿ ਮਨੁੱਖ ਆਪਣੇ ਆਪ ਨੂੰ, ਇਹ ਮਨੁੱਖ ਦੀ ਕਹਿ ਸਕਦੇ ਹਾਂ ਬਹੁਤਾਤ ਵਿੱਚ, ਮਨੁੱਖ ਇਸ ਭੁਲੇਖੇ ਵਿੱਚ ਤੁਰਿਆ ਫਿਰਦਾ ਵੀ ਮੇਰੇ ਤੋਂ ਵੱਧ ਕੇ ਕੋਈ ਸਿਆਣਾ ਨਹੀਂ, ਮੇਰੇ ਤੋਂ ਵੱਧ ਕੇ ਕੋਈ ਸਮਝਦਾਰ ਨਹੀਂ। ਇਹ ਤੇਰੀ ਸਮਝਦਾਰੀ, ਤੇਰੀ ਸਿਆਣਪ ਗੁਰੂ ਅੱਗੇ, ਵਾਹਿਗੁਰੂ ਅੱਗੇ ਚੱਲਣ ਵਾਲੀ ਨਹੀਂ। ਉੱਥੇ ਤਾਂ ਤੈਨੂੰ ਨਿਮਰਤਾ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ ਨਕਮਸਤਕ ਹੋਣਾ ਪਵੇਗਾ, ਫਿਰ ਜਾ ਕੇ ਗੱਲ ਬਣੇਗੀ। ਨਾ ਤੂੰ ਆਵੇ ਬਸ ਬਹੁਤਾ ਦਾਨ ਦੇ। ਹੁਣ ਕਈ ਦਿੰਦੇ ਤਾਂ ਅਸੀਂ ਵਾਹਿਗੁਰੂ ਦੇ ਦਿੱਤੇ ਵਿੱਚੋਂ ਹੀ ਹੈ, ਜੋ ਵੀ ਅਸੀਂ ਦਾਨ ਪੁੰਨ ਕਰਦੇ ਆ, ਆਪਣਾ ਤਾਂ ਕੁਝ ਵੀ ਨਹੀਂ, ਨਾਲ ਕੁਝ ਲੈ ਕੇ ਨਹੀਂ ਆਏ। ਜੋ ਕੁਝ ਵੀ ਹੈ ਮਾਲਕ ਦਾ ਹੀ ਹੈ, ਉਹਦਾ ਹੀ ਦਿੱਤਾ। ਅਸੀਂ ਖਾ ਰਹੇ ਹਾਂ, ਪੀ ਰਹੇ ਹਾਂ, ਹੰਢਾ ਰਹੇ ਹਾਂ। ਕਈ ਵਾਰੀ ਮਨੁੱਖ ਉਹਦੇ ਦਿੱਤੇ ਵਿੱਚੋਂ ਹੀ ਜਦੋਂ ਦਾਨ ਕਰਦਾ ਤੇ ਅਹੰਕਾਰੀ ਹੋ ਜਾਂਦਾ ਹੈ ਵੀ ਮੇਰੇ ਤੋਂ ਵੱਧ ਕੇ ਕੋਈ ਦਾਨੀ ਨਹੀਂ, ਮੇਰੇ ਤੋਂ ਵੱਧ ਕੇ ਕੋਈ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਨਹੀਂ, ਮੇਰੇ ਤੋਂ ਵੱਧ ਕੇ ਕਿਸੇ ਨੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਨਹੀਂ ਕੀਤਾ। ਗੁਰੂ ਸਾਹਿਬ ਨੇ ਜੋਗੀ ਨੂੰ ਇਹੀ ਗੱਲ ਸਮਝਾਈ ਹੈ ਵੀ ਤੂੰ ਸੋਚੇ ਵੀ ਮੇਰੇ ਤੋਂ ਵੱਧ ਕੇ ਕੋਈ ਦਾਨੀ ਨਹੀਂ। ਇਸੇ ਦਾਨ ਨੇ ਤੈਨੂੰ ਅਹੰਕਾਰੀ ਬਣਾ ਦਿੱਤਾ, ਤੇਰੇ ਮਨ ਅੰਦਰ ਅਹੰਕਾਰ ਪੈਦਾ ਹੋ ਗਿਆ ਤੇ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ। ਸਾਡੇ ਗੁਰੂ ਸਾਹਿਬਾਂ ਦਾ ਤਾਂ ਹੁਕਮ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜਿੱਥੇ ਵੀ ਤੈਨੂੰ ਲੋੜਵੰਦ ਨਜ਼ਰ ਆਏ ਤੂੰ ਉੱਥੇ ਹੀ ਉਹਦੀ ਮਦਦ ਕਰ। ਉਹ ਤੇਰਾ ਦਿੱਤਾ ਹੋਇਆ ਦਾਨ, ਤੇਰੀ ਦਿੱਤੀ ਹੋਈ ਭੇਟਾ ਪ੍ਰਵਾਨ ਹੈ। ਪਰ ਇੱਥੇ ਸਤਿਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਹੈ ਵੀ ਦਾਨ ਤੂੰ ਕਰ ਰਿਹਾ ਹੈ, ਵਾਹਿਗੁਰੂ ਦੇ ਦਿੱਤੇ ਵਿੱਚੋਂ ਤੇਰਾ ਹੈ ਕੁਝ ਨਹੀਂ, ਪਰ ਇਸ ਦਿੱਤੇ ਹੋਏ ਦਾਨ ਦਾ ਜਿਹੜਾ ਤੈਨੂੰ ਫਲ ਮਿਲਣਾ ਸੀ, ਪਰ ਤੇਰੇ ਮਨ ਅੰਦਰ ਤਾਂ ਅਹੰਕਾਰ ਪੈਦਾ ਹੋ ਗਿਆ ਵੀ ਮੇਰੇ ਤੋਂ ਵੱਧ ਕੇ ਤਾਂ ਕੋਈ ਦਾਨੀ ਨਹੀਂ। ਇਹ ਕੁਦਰਤੀ ਮਨੁੱਖ ਦਾ ਸੁਭਾਅ ਹੈ। ਬਹੁਤੀ ਸੇਵਾ ਕਰਨ ਵਾਲਾ ਵੀ ਕਈ ਵਾਰ ਅਹੰਕਾਰੀ ਹੋ ਜਾਂਦਾ ਹੈ ਵੀ ਮੇਰੇ ਤੋਂ ਵੱਧ ਕੇ ਤਾਂ ਕੋਈ ਸੇਵਾ ਕਰਨ ਵਾਲਾ ਨਹੀਂ, ਮੇਰੇ ਤੋਂ ਵੱਧ ਕੇ ਤਾਂ ਕੋਈ ਨਾਮ ਜਪਣ ਵਾਲਾ ਨਹੀਂ। ਆਪਾਂ ਅਕਸਰ ਦੇਖਦੇ ਆ ਮਨੁੱਖ ਇੱਕ ਦੂਜੇ ਨੂੰ ਦੱਸਦੇ ਫਿਰਦੇ ਨੇ ਵੀ ਮੈਂ ਤਾਂ ਇੰਨੇ ਪਾਠ ਕਰ ਲਏ।
ਤੈਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ, ਕਿਉਂਕਿ ਗੁਰੂ ਕੋਲੋਂ ਕੁਝ ਵੀ ਲੁਕਿਆ ਨਹੀਂ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਹੇ ਵਾਹਿਗੁਰੂ ਤੂੰ ਅਗੰਮ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਅਗੋਚਰ ਹੈ। ਸਾਰਾ ਹੀ ਸੰਸਾਰ ਤੇਰੇ ਵਸ ਵਿੱਚ, ਤੇਰੇ ਹੁਕਮ ਵਿੱਚ ਚੱਲ ਰਿਹਾ ਹੈ ਵਾਹਿਗੁਰੂ। ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ, ਸਭ ਕੋ ਤੇਰੇ ਹੁਕਮ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਿੰਨਾ ਵੀ ਸੰਸਾਰ ਹੈ ਵਾਹਿਗੁਰੂ ਸਭ ਤੇਰੇ ਚੇਤੇ ਵਿੱਚ ਹੈ, ਤੇਰੇ ਹੁਕਮ ਵਿੱਚ ਹੈ। ਚਿੱਤ ਹੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਈਂਦਾ। ਸਭ ਤੇਰੀ ਕਿਰਪਾ ਦੇ ਨਾਲ ਇਹ ਸੰਸਾਰ ਚੱਲ ਰਿਹਾ ਹੈ। ਤੇ ਵੇਖੋ ਪਰਮਾਤਮਾ ਦੀ ਅਦਭੁਤ ਰਚਨਾ, ਇੰਨੇ ਵੱਡੇ ਸੰਸਾਰ ਨੂੰ ਸਾਜਿਆ, ਭਾਂਤ ਭਾਂਤ ਦੇ ਜੀਵ ਨੇ, ਨੂੰ ਹਰੇਕ ਦਾ ਚੇਤੇ ਹੈ। ਤੂੰ ਜਾਣ ਹੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ, ਕਦੋਂ ਕਿਸ ਨੂੰ ਸੰਸਾਰ ਤੇ ਭੇਜਣਾ ਹੈ, ਕਦੋਂ ਲੈ ਕੇ ਜਾਣਾ ਹੈ। ਜੋ ਜੋ ਸਾਨੂੰ ਚਾਹੀਦਾ ਹੈ ਵਾਹਿਗੁਰੂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ ਅਖੀਰ, ਤੇ ਸਤਿਗੁਰ ਨੇ ਨਿਚੋੜ ਕੱਢ ਦਿੱਤਾ ਹੈ। ਭਾਈ ਜਿਹੜੇ ਭਗਤ ਜਨ ਹਨ, ਪ੍ਰਮਾਤਮਾ ਦੀ ਇਬਾਦਤ ਕਰਨ ਵਾਲੇ, ਹੇ ਵਾਹਿਗੁਰੂ ਤੂੰ ਉਹਨਾਂ ਦੇ ਵਸ ਵਿੱਚ ਹੈ। ਭਗਤਾਂ ਤਾਣ ਤੇਰਾ, ਤੇ ਭਗਤਾਂ ਦਾ ਤਾਣ ਵੀ ਤੂੰ ਹੀ ਹੈ। ਭਗਤਾਂ ਦੀ ਤਾਕਤ ਵੀ ਤੂੰ ਹੀ ਹੈ, ਕਿਉਂਕਿ ਭਗਤ ਤੇਰੇ ਆਸਰੇ ਤੇ ਆਪਣਾ ਜੀਵਨ ਬਸਰ ਕਰਦੇ ਨੇ, ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ। ਤੇਰੇ ਸਹਾਰੇ, ਤੇਰੇ ਆਸਰੇ ਭਗਤ ਆਪਣਾ ਜੀਵਨ ਬਤੀਤ ਕਰਦੇ ਨੇ। ਹੁਣ ਸਤਿਗੁਰੂ ਜੀ ਨੇ ਸਾਰਾ ਕੁਝ ਇੱਥੇ ਸਪਸ਼ਟ ਕਰ ਦਿੱਤਾ ਹੈ ਵੀ ਕੇਵਲ ਧਾਰਮਿਕ ਵਿਖਾਵਾ ਕਰਨਾ, ਇਹਦੇ ਨਾਲ ਸੋਚੀ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਸਾਹਿਬ ਆਖਦੇ ਨੇ ਬਿਲਕੁਲ ਨਹੀਂ ਹੋ ਸਕਦੀ। ਤੈਨੂੰ ਪ੍ਰਮਾਤਮਾ ਦੀ ਇਬਾਦਤ ਤਨੋ ਮਨੋ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ ਕਰਨੀ ਪਵੇਗੀ, ਜਿਹਦੇ ਚ ਕੋਈ ਵਿਖਾਵਾ, ਤੂੰ ਸੇਵਾ ਕਰੇ ਉਹਦੇ ਚ ਕੋਈ ਵਿਖਾਵਾ ਨਾ ਹੋਵੇ। ਤੂੰ ਕਿਸੇ ਲੋੜਵੰਦ ਦੀ ਮਦਦ ਕਰੇ, ਤੇਰੇ ਮਨ ਅੰਦਰ ਅਹੰਕਾਰ ਪੈਦਾ ਨਾ ਹੋਵੇ। ਤੇ ਅਹੰਕਾਰ ਪੈਦਾ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡਾ ਤਾਂ ਹੈ ਹੀ ਕੁਝ ਨਹੀਂ, ਹੈ ਤਾਂ ਸਭ ਕੁਝ ਵਾਹਿਗੁਰੂ ਦਾ ਹੀ ਹੈ। ਜੇਕਰ ਉਹਨੇ ਸਾਨੂੰ ਦੇਣ ਜੋਗਾ ਕੀਤਾ ਤੇ ਸਾਨੂੰ ਅਵਸ਼ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨੇ ਜੇ ਸਾਨੂੰ ਦੇਣ ਜੋਗੇ ਸਾਡੇ ਹਾਲਾਤ ਬਣਾਏ ਨੇ, ਸਾਨੂੰ ਰਹਿਮਤਾਂ ਬਖਸ਼ਾਂ ਕਰਕੇ, ਦਾਤਾਂ ਦੇ ਕੇ ਨਵਾਜਿਆ, ਤੇ ਜਿੱਥੇ ਵੀ ਸਾਨੂੰ ਕੋਈ ਲੋੜਵੰਦ ਨਜ਼ਰ ਆਵੇ ਉਹਦੀ ਸਾਨੂੰ ਮਦਦ ਕਰਨੀ ਚਾਹੀਦੀ। ਜੋ ਅੱਜ ਹਾਲਾਤ ਬਣੇ ਨੇ, ਜੋ ਗੁਰੂ ਸਾਹਿਬਾਂ ਨੇ ਲੰਗਰ ਲਾਇਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹ ਸਿਧਾਂਤ ਅੱਜ ਵੀ ਸਾਡੇ ਗੁਰਸਿੱਖ ਵੀਰਾਂ ਨੇ ਉਹਨੂੰ ਦ੍ਰਿੜ ਕੀਤਾ ਹੈ। ਅੱਜ ਵੀ ਥਾਂ ਥਾਂ ਤੇ ਹਰ ਮੁਲਕ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ, ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਹੈ। ਤੇ ਜ਼ਰੂਰੀ ਵੀ ਹੈ ਮਨੁੱਖਤਾ ਦੀ ਸੇਵਾ। ਇਹੀ ਅਸਲ ਵਿੱਚ ਸੱਚਾ ਧਰਮ ਹੈ, ਮਨੁੱਖਤਾ ਦੀ ਸੇਵਾ। ਕਿਉਂਕਿ ਅੱਜ ਹਾਲਾਤ ਬਣੇ ਨੇ, ਸਾਨੂੰ ਵਾਹਿਗੁਰੂ ਨੇ ਦੇਣ ਜੋਗਾ ਕੀਤਾ। ਜਿੱਥੇ ਵੀ ਸਾਨੂੰ ਆਪਣੇ ਆਲੇ ਦੁਆਲੇ ਕੋਈ ਐਸਾ ਪਰਿਵਾਰ ਨਜ਼ਰ ਆਉਂਦਾ ਹੈ ਜੋ ਅੰਨ ਪਾਣੀ ਤੋਂ ਤੰਗ ਹੈ, ਤੇ ਉਹਨੂੰ ਜਾ ਕੇ ਸੁੱਕੀ ਰਸਦ ਹੋਰ ਮਾਇਆ ਦੇ ਰਾਹੀਂ ਜੋ ਵੀ ਸਾਡੇ ਕੋਲੋਂ ਸਜਦਾ ਪੁੱਜਦਾ ਜਾ ਕੇ ਮਦਦ ਕਰੀਏ। ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀਆਂ ਨੇ। ਤੇ ਨਾਲ ਇਹ ਵੀ ਅਰਦਾਸ ਕਰਨੀ ਹੈ, ਕਿਉਂਕਿ ਵਾਹਿਗੁਰੂ ਨੇ ਦੁੱਖ ਕੱਟਣਾ ਹੈ, ਉਹਦੇ ਹੁਕਮ ਵਿੱਚ ਹੀ ਸਾਰਾ ਕੁਝ ਹੈ। ਇਹ ਵੀ ਆਪਾਂ ਅਰਦਾਸ ਕਰਨੀ, ਵਾਹਿਗੁਰੂ ਜੀ ਸਮੁੱਚੇ ਸੰਸਾਰ ਨੂੰ ਇਸ ਮਹਾਮਾਰੀ ਤੋਂ ਬਚਾਉਣਾ ਕਰੋ। ਕਿਉਂਕਿ ਹੁਣ ਕੋਈ ਬਾਂਹ ਫੜਨ ਵਾਲਾ ਨਹੀਂ, ਕੋਈ ਦਵਾਈ ਨਹੀਂ ਬਣੀ, ਕੇਵਲ ਤਾਂ ਕੇਵਲ ਹੁਣ ਵਾਹਿਗੁਰੂ ਦੇ ਸਹਾਰਾ ਹੈ, ਵਾਹਿਗੁਰੂ ਦਾ ਹੀ ਆਸਰਾ ਹੈ। ਕਿਉਂਕਿ ਸਾਰੇ ਵੱਡੇ ਵੱਡੇ ਮੁਲਕਾਂ ਨੇ ਜੋ ਆਪਣੇ ਆਪ ਨੂੰ ਮਹਾਸ਼ਕਤੀਆਂ ਆਖਦੀਆਂ ਸਨ, ਉਹਨਾਂ ਨੇ ਹੱਥ ਖੜੇ ਕਰ ਦਿੱਤੇ ਨੇ ਵੀ ਹੁਣ ਕੋਈ ਇਹਦੀ ਦਵਾਈ ਨਹੀਂ, ਤੇ ਬਚਾ ਸਕਦਾ ਤਾਂ ਕੇਵਲ ਪ੍ਰਮਾਤਮਾ ਹੀ ਬਚਾ ਸਕਦਾ ਹੈ। ਸੋ ਆਪਾਂ ਸਾਰਿਆਂ ਨੇ ਜਿੱਥੇ ਆਪਣੇ ਲਈ ਅਰਦਾਸ ਕਰਨੀ ਹੈ, ਵੈਸੇ ਤਾਂ ਸਾਨੂੰ ਸਿਧਾਂਤ ਹੀ ਗੁਰੂ ਸਾਹਿਬਾਂ ਨੇ ਇਹ ਦਿੱਤਾ ਹੈ ਕਿ ਜਦੋਂ ਵੀ ਗੁਰਸਿੱਖ ਅਰਦਾਸ ਕਰਦਾ ਹੈ, ਕੇਵਲ ਆਪਣੇ ਲਈ ਨਹੀਂ, ਸਰਬੱਤ ਦੇ ਲਈ ਸਾਡੀ ਅਰਦਾਸ ਹੁੰਦੀ ਹੈ, ਇਕੱਲੇ ਇਕੱਲੇ ਦੀ। ਪਰ ਦੋਨੋਂ ਵਕਤ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੇ, ਸਤਿਗੁਰੂ ਜੀ ਆਪ ਕਿਰਪਾ ਕਰੋ, ਹਾਲਾਤ ਬਹੁਤ ਮਾੜੇ ਹੋ ਗਏ ਨੇ, ਹੁਣ ਤੁਸੀਂ ਹੀ ਇਹਨਾਂ ਹਾਲਾਤਾਂ ਵਿੱਚੋਂ ਸਾਨੂੰ ਬਾਹਰ ਕੱਢ ਸਕਦੇ ਹੋ, ਦੁੱਖਾਂ ਦਾ ਨਾਸ਼ ਕਰੋ। ਕਿਉਂਕਿ ਪ੍ਰਮਾਤਮਾ ਦਾ ਨਾਮ ਹੀ ਸਾਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ। ਗੁਰੂ ਸਾਹਿਬ ਵੀ ਕਿਰਪਾ ਕਰਨ,
ਤੇ ਤਾਈਓ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, RAM ਨਾਮ ਔਖਦ ਦੀਆ ਏਕਾ ਲਿਵ ਲਾਈ। ਰਾਖ ਲੀਏ ਤਿਲਖਣਹਾਰ ਸਭ ਵਿਆਧ ਮਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਤੇ ਸਹਾਈ। ਸਤਿਗੁਰ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ।